ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ ਯੂਐਸਏ ਟੀਵੀ। ਮੇਰਾ ਨਾਮ ਜਤਿੰਦਰ ਸਿੰਘ ਖਹਿਰਾ। ਵੇਕਅਪ ਕਾਲ ਯਾਨੀ ਕਿ ਅਖਬਾਰਨਾਮਾ ਲੈ ਕੇ ਇੱਕ ਵਾਰ ਫਿਰ ਤੋਂ ਮੈਂ ਹਾਜ਼ਰ ਹਾਂ। ਉਮੀਦ ਕਰਦਾ ਕਿ ਤੁਸੀਂ ਸਾਰੇ ਠੀਕ ਹੋਵੋਗੇ, ਤੰਦਰੁਸਤ ਹੋਵੋਗੇ। ਔਰ ਸ਼ੁਰੂ ਕਰਦੇ ਹਾਂ ਅਮਰੀਕਾ ਦੀਆਂ ਨੈਸ਼ਨਲ ਅਖਬਾਰਾਂ ਤੋਂ। ਸਭ ਤੋਂ ਪਹਿਲਾਂ ਯੂਐਸ ਟਾਈਮ ਹੈ। ਯੂਐਸ ਟਾਈਮ ਨੇ ਜਿਹੜੀ ਅੱਜ ਖਬਰ ਬਣਾਈ ਹੈ, ਇਹ ਪਹਿਲਾਂ ਵੀ ਖਬਰ ਬਣ ਚੁੱਕੀ ਹੈ। ਉਸ ਨੂੰ ਲਿਖਿਆ ਹੈ ਕਿ ਡੇਨੀਅਲ ਪ੍ਰੂਵਡ ਗ੍ਰਾਂਟ ਜਿਊਰੀ ਰੋਕੈਸਟਰ ਨਿਊਯਾਰਕ ਪੁਲਿਸ ਆਫਿਸਰ ਵਿਲ ਨਾਟ ਫੇਸ ਚਾਰਜਸ ਇਨ ਮਾਰਚ 2020 ਡੈਥ। ਮਾਰਚ 2020 ਦੇ ਵਿੱਚ ਇੱਕ ਡੈਥ ਹੁੰਦੀ ਹੈ ਔਰ ਉਸ ਡੈਥ ਦੇ ਵਿੱਚ ਜਿਹੜਾ ਕੀ ਹੈ ਇੱਕ ਪੁਲਿਸ ਨੂੰ ਹੱਥੇ ਲੰਬੇ ਹੱਥੀ ਲੈਂਦੇ ਨੇ ਔਰ ਕਿਹਾ ਜਾਂਦਾ ਕਿ ਅਕਿਊਜ਼ ਜਿਹੜੇ ਆ ਉਹ ਪੁਲਿਸ ਵਾਲੇ ਨੇ। ਵੈਲ ਇਸ ਖਬਰ ਨੂੰ ਪੜ੍ਹਿਆ ਜਾਂਦਾ ਹੈ ਤੇ ਇਸ ਖਬਰ ਦੀ ਡਿਟੇਲ ਬਹੁਤ ਦਿੱਤੀ ਹੋਈ ਇਹਨਾਂ ਨੇ। ਲਿਖਿਆ ਹੈ ਅ ਗ੍ਰੈਂਡ ਜੂਰੀ ਹੈਜ਼ ਚੂਜ਼ਨ ਨਾਟ ਟੂ ਕ੍ਰਿਮੀਨਲੀ ਚਾਰਜ ਰੋਕੈਸਟਰਾ ਪੁਲਿਸ ਆਫਿਸਰ ਹੂਜ਼ ਰਿਸਟ੍ਰੇਨ ਆਫ ਡੇਨੀਅਲ ਪ੍ਰੂਵਡ may have caused his death. The state attorney general announced Tuesday, ਕੱਲ ਉਹਨਾਂ ਨੇ ਜਿਹੜਾ ਇਸ ਚੀਜ਼ ਨੂੰ ਅਨਾਉਂਸ ਕੀਤਾ। I know that Prude family, the Rochester community and communities across the country will rightfully be disappointed by the outcome, a New York Attorney General Letita James said in announcing the grand jury decision. My office presented an extensive case and we sought a different outcome than the one the jury handed us today. ਸੋ ਇੱਕ ਤਰੀਕੇ ਨਾਲ ਇਸ ਤੋਂ ਬਾਅਦ ਦੇਖਿਆ ਜਾ ਸਕਦਾ ਹੈ ਕਿ ਰੋਕੈਸਟਰਾ ਕਮਿਊਨਿਟੀ ਜਿਹੜੀ ਹੈ ਉਹਨਾਂ ਦੇ ਵਿੱਚ ਜੋਸ਼ ਜਾਂ ਕਹਿ ਲਓ ਕਿ ਰੋਸ ਹੋ ਸਕਦਾ ਹੈ ਕਿ ਇਹ ਕਿਉਂ ਨਹੀਂ ਹੋਇਆ। ਪਰ ਉਹ ਕਹਿੰਦੇ ਕਿ ਅਸੀਂ ਬਾਏ ਲਾਅ ਚੱਲੇ ਹਾਂ। ਉਹਨਾਂ ਦੇ ਅਟਾਰਨੀ ਨੇ ਕੱਲ੍ਹ ਅਨਾਊਂਸ ਕਰ ਦਿੱਤਾ ਕਿ ਅਸੀਂ ਬਾਏ ਲਾਅ ਚੱਲੇ ਹਾਂ ਔਰ ਲਾਅ ਬਾਏ ਸਾਨੂੰ ਲੱਗਦਾ ਕਿ ਜਦੋਂ ਅਸੀਂ ਲਾਅ ਫੋਲੋ ਕਰ ਰਹੇ ਹਾਂ ਤਾਂ ਇੱਦਾਂ ਦਾ ਕੁਝ ਵੀ ਨਹੀਂ ਹੋਇਆ। ਵੈਲ ਅੱਗੇ ਦੇਖਾਂ ਤਾਂ ਇਸ ਵਿੱਚ ਖਬਰ ਦੇ ਵਿੱਚ ਲਿਖਿਆ ਹੈ ਸ਼ੀ ਐਡਿਡ ਦ ਕ੍ਰਿਮੀਨਲ ਜਸਟਿਸ ਸਿਸਟਮ ਹੈਜ਼ ਫਰਸਟ੍ਰੇਟਿਡ ਐਫਰਟਸ ਟੂ ਹੋਲਡ ਅ ਲਾਅ ਐਨਫੋਰਸਮੈਂਟ ਆਫਿਸਰ ਅਕਾਊਂਟੇਬਲ ਫॉर the unjustified killing of unarmed African American. What bind these cases in a tragic loss of life in circumstances in which the death could have been avoided? ਵੈਲ ਇਸ ਖਬਰ ਨੂੰ ਲੈ ਕੇ ਜਦੋਂ ਬਹੁਤ ਮਾਰਚ ਦੇ ਨਿਊਜ਼ ਬਣਦੀ ਹੈ ਤਾਂ ਬਹੁਤ ਸਾਰੇ ਲੋਕਾਂ ਨੇ ਕਿਹਾ ਸੀ ਕਿ ਇਸ ਨੂੰ ਕਿਸੇ ਹੋਰ ਤਰੀਕੇ ਨਾਲ ਹੈਂਡਲ ਕੀਤਾ ਜਾ ਸਕਦਾ ਸੀ, ਉਸ ਵੇ ਨਾਲ ਹੈਂਡਲ ਕੀਤਾ ਜਾ ਸਕਦਾ ਸੀ ਜਿਸ ਵੇ ਦੇ ਵਿੱਚ ਇੱਕ ਇਹ ਹੈ ਕਿ ਉਸ ਬੰਦੇ ਦੀ ਜਾਨ ਬਚ ਸਕਦੀ। ਪਰ ਲਗਾਤਾਰ ਹੁਣ ਜੋ ਜਿਊਰੀ ਨੇ ਫੈਸਲਾ ਲਿਆ ਹੈ ਉਸ ਫੈਸਲੇ ਨੂੰ ਲੱਗ ਕੇ ਦੇਖਦਾ ਹੈ ਕਿ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਪਿਛਲੇ ਵਾਲੀਆਂ ਉਹਨਾਂ ਦੇ ਉੱਤੇ ਇੱਕ ਪੱਟੀ ਲਾ ਕੇ ਇੱਕ ਤਰੀਕੇ ਦੇ ਨਾਲ ਇੱਕ ਨਵਾਂ ਐਵੀਡੈਂਸ ਤਿਆਰ ਕਰਕੇ ਇੱਕ ਨਵਾਂ ਖਰੜਾ ਤਿਆਰ ਕਰਕੇ ਉਹਦੇ 'ਤੇ ਉਹ ਡਿਸੀਜਨ ਮੇਕਿੰਗ ਕੀਤੀ ਹੈ। ਵੈਲ ਇਹ ਸੀ ਯੂਐਸ ਟੂਡੇ ਦੀ ਹੈਡਲਾਈਨ ਜਿਹੜੀ ਅੱਜ ਬਣੀ ਹੋਈ ਹੈ। ਇਸ ਤੋਂ ਇਲਾਵਾ ਵੀ ਯੂਐਸ ਟੂਡੇ ਨੇ ਹੋਰ ਬਹੁਤ ਸਾਰੀਆਂ ਖਬਰਾਂ ਹੈਡਲਾਈਨ ਵਜੋਂ ਪੇਸ਼ ਕੀਤੀਆਂ ਨੇ ਔਰ ਸਭ ਤੋਂ ਜਿਹੜੀ ਵੱਡੀ ਹੈਡਲਾਈਨ ਹੈ ਦੂਸਰੀ ਉਹ ਟਾਈਗਰ ਵੁੱਡ ਵਾਲੀ ਹੈ। ਟਾਈਗਰ ਵੁੱਡ ਕਾਰ ਐਕਸੀਡੈਂਟ, ਵਾਟ ਵੀ ਨੋ ਅਬਾਊਟ ਇੰਜਰੀਜ਼ ਐਂਡ ਡਿਟੇਲਸ ਫਰੋਮ ਸਿੰਗਲ ਵਹੀਕਲ ਕ੍ਰੈਸ਼। ਦੇਖਦੇ ਹਾਂ ਕਿ ਇਸ ਖਬਰ ਦੇ ਵਿੱਚ ਇਹਨਾਂ ਨੇ ਕੀ ਡਿਟੇਲ ਦਿੱਤੀ ਹੈ। Tiger Woods suffered multiple leg injuries and underwent surgery Tuesday after being involved in a single car rollover accident near Los Angeles. A Los Angeles County Fire Department spokesperson Christopher Thomas told US Today Sports that the fire department arrived on scene shortly before 7:30 a.m. A first responder moved the vehicle windshield, he said, and pulled out the vehicle's only occupant, Woods, who was the transported to the local hospital. He is currently in a surgery and we thank you for your privacy and support, Wood longtime agent Mark Steinberg told Golf Week. ਅਸੀਂ ਦੇਖਿਆ ਸੀ ਕਿ ਜਿਹੜਾ ਵੁੱਡ ਹੈ ਉਹਨਾਂ ਨੂੰ ਇੱਕ ਪਬਲਿਕ ਫਿਗਰ ਵਜੋਂ ਮੰਨਿਆ ਜਾਂਦਾ ਹੈ। ਉਸ ਤੋਂ ਬਾਅਦ ਹੈਡਲਾਈਨ ਜਿਹੜੀਆਂ ਨੇ ਉਹ ਲਗਾਤਾਰ ਬਣਨੀਆਂ ਸ਼ੁਰੂ ਹੋ ਗਈਆਂ ਸੀ। ਪਰ ਫਿਲਹਾਲ ਇਹ ਖਬਰ ਆਇਆ ਕਿ ਟਾਈਗਰ ਵੁੱਡ ਬਿਲਕੁਲ ਠੀਕ ਨੇ। ਉਹ ਇੰਜਰੀਜ਼ ਮਲਟੀਪਲ ਉਹਨਾਂ ਨੂੰ ਇੰਜਰੀਜ਼ ਹੋਈਆਂ ਨੇ। ਉਸ ਤੋਂ ਬਾਅਦ ਉਹ ਇਸ ਟਾਈਮ ਸਰਜਰੀ ਦੇ ਵਿੱਚ ਨੇ। ਸੋ ਬੈਸਟ ਆਫ ਲੱਕ ਉਹਨਾਂ ਦੀ ਹੈਲਥ ਜਿਹੜੀ ਹੈ ਸਿਹਤਯਾਬਤੀ ਦੀ ਉਮੀਦ ਕਰਦੇ ਹਾਂ ਔਰ ਇਸ ਖਬਰ ਨੂੰ ਯੂਐਸ ਟੂਡੇ ਨੇ ਹੈਡਲਾਈਨ ਬਣਾਇਆ ਹੈ। ਇਸ ਤੋਂ ਅੱਗੇ ਦੇਖਦੇ ਹਾਂ ਵਾਲ ਸਟਰੀਟ ਜਰਨਲ ਨੇ ਕਿਹੜੀ ਖਬਰ ਨੂੰ ਆਪਣੀ ਹੈਡਲਾਈਨ ਬਣਾਇਆ ਹੈ। ਵੈਲ ਵਾਲ ਸਟਰੀਟ ਜਰਨਲ ਦੀ ਗੱਲ ਕੀਤੀ ਜਾਵੇ ਤਾਂ ਵਾਲ ਸਟਰੀਟ ਜਰਨਲ ਨੇ ਜਿਹੜੀ ਹੈ ਟੈਕਸਸ ਨੂੰ ਲੈ ਕੇ ਖਬਰ ਬਣਾਈ ਹੈ। ਲਿਖਿਆ ਫੁੱਲ ਡੈਥ ਟੋਲ ਫਰੋਮ ਟੈਕਸਸ ਸਟੋਰਮ ਕੁਡ ਟੇਕ ਮੰਥ ਟੂ ਡਿਟਰਮਾਈਨ। ਇਸ ਖਬਰ ਨੂੰ ਜੇ ਡਿਟੇਲ ਦੇ ਨਾਲ ਦੇਖਿਆ ਜਾਵੇ ਤਾਂ ਇਸ ਖਬਰ ਦੇ ਵਿੱਚ ਡਿਟੇਲ ਦਿੱਤੀ ਹੋਈ ਹੈ। The harsh winter storm that hit Texas and other states last week has been blamed for dozens of health. Though officials said that it would be a week or a month before the human cost of the freezing weather and utility crisis is known, that it might never be fully accurate. ਵੈਲ ਅਸੀਂ ਦੇਖਿਆ ਕਿ ਟੈਕਸਸ ਅਤੇ ਹੋਰ ਬਹੁਤ ਸਾਰੀ ਸਟੇਟਸ ਜਿਹੜੀਆਂ ਨੇ ਇਸ ਸਟੋਰਮ ਦੇ ਨਾਲ ਬਹੁਤ ਡਟ ਕੇ ਮੁਕਾਬਲਾ ਕੀਤਾ। ਬਹੁਤ ਸਾਰੀਆਂ ਫਰਟੀਲਿਟੀਜ਼ ਹੋਈਆਂ, ਬਹੁਤ ਲੋਕਾਂ ਨੂੰ ਇਹ ਸੀ ਕਿ ਖਾਣ ਦੇ ਵੀ ਲਾਲੇ ਪੈ ਗਏ ਸੀਗੇ ਔਰ ਈਵਨ ਦੋ ਜੇ ਅਸੀਂ ਵਾਟਰ ਗੱਲ ਕਰੀਏ, ਜਿਹੜਾ ਅਸੀਂ ਡਰਿੰਕਿੰਗ ਵਾਟਰ ਦੀ ਗੱਲ ਕਰੀਏ ਤਾਂ ਉਹ ਵੀ ਪ੍ਰੋਪਰ ਤਰੀਕੇ ਦੇ ਨਾਲ ਨਹੀਂ ਸੀ ਮਿਲ ਰਿਹਾ। ਸੋ ਲਗਾਤਾਰ ਯੂਐਸ ਟੂਡੇ ਦੀ ਗੱਲ ਕੀਤੀ ਜਾਵੇ, ਉਸ ਤੋਂ ਬਾਅਦ ਵਾਲ ਸਟਰੀਟ ਦੀ ਗੱਲ ਕੀਤੀ ਜਾਵੇ, ਨਿਊਯਾਰਕ ਟਾਈਮ ਦੀ ਗੱਲ ਕੀਤੀ ਜਾਵੇ, ਓਵਰਆਲ ਨੈਸ਼ਨਲ ਜਿਹੜੇ ਅਖਬਾਰ ਨੇ ਯੂਐਸਏ ਦੇ ਉਹਨਾਂ ਸਾਰਿਆਂ ਨੇ ਇਸ ਮੁੱਦੇ ਨੂੰ ਕਾਫੀ ਦੇਰ ਤੱਕ ਜਿਹੜਾ ਹੈ ਇੱਕ ਡਿਟੇਲਿੰਗ ਦੇ
के छापण की कोशिश की है। इस तो इलावा जो इस खबर की गल की जाए तो इस खबर के लिखा है द फेलियर ऑफ स्टेट इलैक्ट्रिकल ग्रिड ड्यूरिंग द वीक लॉन्ग कोल्ड स्नैप लेफ्ट मोर दैन 4 million Texas without electricity and heat, many for days on end in sub-freezing temperatures. Many residents also lost across to water and 14.6 million were ordered to boil water to make it safe to drink. ਵੈਲ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਟੈਕਸਸ ਬਹੁਤ ਵੱਡੀ ਸਟੇਟ ਹੈ ਔਰ ਇਹਦੀ ਇੰਨੀ ਪਾਪੂਲੇਸ਼ਨ ਹੈ ਜਿਹਦੇ ਵਿੱਚ ਲਿਖਿਆ ਹੈ ਕਿ 14.6 ਮਿਲੀਅਨ ਲੋਕ ਇੱਦਾਂ ਦੇ ਸੀਗੇ ਜਿਨ੍ਹਾਂ ਨੂੰ ਇੱਕ ਵਾਟਰ ਜਿਹੜਾ ਪਾਣੀ ਵਾਲਾ ਪੀਣ ਵਾਲਾ ਸੀ ਉਹ ਮਜਬੂਰ ਹੋ ਗਏ ਕਿ ਉਹ ਬਰਫ਼ ਨੂੰ ਪਿਘਲਾਉਣ ਬੋਇਲ ਕਰਨ ਤੇ ਉਸ ਤੋਂ ਬਾਅਦ ਉਸ ਨੂੰ ਡਰਿੰਕੇਬਲ ਬਣਾ ਕੇ ਪੀਣ ਦੀ ਕੋਸ਼ਿਸ਼ ਕੀਤੀ ਗਈ। ਇਸ ਕਰਕੇ ਇਹ ਕਿਹਾ ਜਾ ਸਕਦਾ ਕਿ ਇਹ ਜਿਹੜਾ ਸਨੋ ਸਟੋਰਮ ਸੀ ਇਹਨੇ ਅਮਰੀਕਾ ਦੇ ਪਾਰਟਿਕੂਲਰ ਏਰੀਆ ਜਿਹੜਾ ਟੈਕਸਸ ਹੈ ਉਹਨੂੰ ਬਹੁਤ ਵੱਡੇ ਤਰੀਕੇ ਦੇ ਨਾਲ ਹਿੱਟ ਕੀਤਾ। ਇਸ ਤੋਂ ਇਲਾਵਾ ਜੇ ਰੈਜ਼ੀਡੈਂਸ ਦੀ ਗੱਲ ਕੀਤੀ ਜਾਵੇ ਤਾਂ ਉਹ ਵੀ ਇਹਨਾਂ ਨੇ ਬੜਾ ਖੂਬ ਤਰੀਕੇ ਦੇ ਨਾਲ ਰਿਟੇਲਿੰਗ की है। लिखा मैनी रेजिडेंट ऑल्सो लॉस्ट एक्सेस टू वाटर एंड इस दे नाल उन्होंने ये भी लिखा कि पावर हैड बीन रीस्टोर्ड इन मोस्ट ऑफ द स्टेट बाय ट्यूसडे मॉर्निंग बट 7.5 मिलियन पीपल इन 204 यानी कि 204 कंट्रीज रिमेन्ड अंडर बॉयल वाटर ऑर्डर्स। स्टिल जी है अजे भी बहुत लोग जोड़े ने वो इलैक्ट्रिसिटी तो प्रॉपर तरीके उन्होंने नहीं मिल रही, बैक टू नॉर्मल नहीं आए। एक वड्डी खबर है इस टाइम की USA की। सो इस तो इलावा जो वॉल स्ट्रीट जर्नल की गल की जाए तो होर बहुत सारिया खबरों ने इन्होंने हैडलाइन बनाया है जिहदे असी गल की प्रूड की यानी कि डेनियल प्रूड की गल की है उसनों भी इन्होंने हैडलाइन बना के पेश किया है। डेनियल प्रूड की खबर की गल की जाए तो इन्होंने हैडलाइन बनाई है ग्रैंड ज्यूरी वर्डिक इन डेनियल प्रूड्स डेथ लीड्स टू नो चार्जिस फॉर रॉकेस्टर पुलिस। वैल इस खबर की डिटेल पढ़े बिना असी शायद कुछ नहीं कह सकते तो जल्द असी डिटेल के कोल लिखते हैं। न्यूयॉर्क अटॉर्नी जनरल लतीता जेम्स said Tuesday a grand jury did not indict any police officer involved in the death of Daniel Prude, a black man who died in a march after Rochester Police Department officer restrained him and placed a mesh hood over his head. A criminal justice system has frustrated efforts to hold police officers accountable for unjustified killing of unarmed African American. Mr. James said at the press conference Tuesday, history has unfortunately repeated itself in the case of Daniel Prude. बहुत बार देखा है ਜਦੋਂ ਅਸੀਂ ਕਰੋਨਾ ਨੂੰ ਲੈ ਕੇ ਗੱਲ ਕਰਦੇ ਹਾਂ ਤੇ ਐਥਨਿਕ ਡਾਟਾ ਜਿਹੜਾ ਹੈ ਉਹ ਰਿਲੀਜ਼ ਹੁੰਦਾ ਹੈ ਔਰ ਉਸ ਐਥਨਿਕ ਡਾਟਾ ਦੇ ਵਿੱਚ ਇੱਕ ਵੱਡਾ ਇੱਕ ਦੇਖਿਓ ਕਿ ਸਾਨੂੰ ਲੂਪ ਹੋਲ ਨਜ਼ਰ ਆ ਰਿਹਾ ਔਰ ਸ਼ੋ ਹੁੰਦਾ ਹੈ ਕਿ ਇਹ ਡਾਟਾ ਜਦੋਂ ਅਸੀਂ ਗੱਲ ਕਰਦੇ ਹਾਂ ਏਸ਼ੀਅਨ ਅਮਰੀਕਨਸ ਦੀ ਜਾਂ ਅਫਰੀਕਨ ਅਮਰੀਕਨਸ ਦੀ ਤੇ ਉਹਨਾਂ ਨੂੰ ਘੱਟ ਮਿਲ ਰਿਹਾ ਹੈ ਯਾਨੀ ਕਿ ਇਹ ਕਹਿ ਲਓ ਕਿ ਸ਼ਾਰਟ ਜਿਹੜਾ ਹੈ ਵੈਕਸੀਨੇਸ਼ਨ ਜਿਹੜੀ ਹੈ ਉਹਨਾਂ ਨੂੰ ਘੱਟ ਹੋਈ ਹੈ ਮੁਕਾਬਲੇ ਦਿਨ ਵਾਈਟਸ ਦੇ। ਹੁਣ ਫਿਰ ਉਸ ਤੋਂ ਬਾਅਦ ਜੇ ਉਸ ਤੋਂ ਥੋੜਾ ਪਿੱਛੇ ਜਾਵੇ ਤੇ ਉਸ ਤੋਂ ਪਿੱਛੇ ਜਾ ਕੇ ਅਸੀਂ ਦੇਖਦੇ ਹਾਂ ਬਲੈਕ ਲਾਈਵਸ ਮੈਟਰ। ਤਾਂ ਬਲੈਕ ਲਾਈਵਸ ਮੈਟਰ ਜਿਹੜਾ ਹੈ ਉਹ ਜਾਰਜ ਫਲੋਇਡ ਦੀ ਗੱਲ ਕਰਦਾ ਹੈ ਔਰ ਉਸ ਤੋਂ ਬਾਅਦ ਫਿਰ ਇਦਾਂ ਦੀਆਂ ਘਟਨਾਵਾਂ ਹੋਣੀਆਂ ਤੇ ਸਾਨੂੰ ਲੱਗਦਾ ਹੈ ਕਿ ਅਮਰੀਕਾ ਵਾਕਈ ਹਿਸਟਰੀ ਜਿਹੜੀ ਹੈ ਜਿਹੜੀ ਅਨਫੋਰਚੂਨੇਟ ਹਿਸਟਰੀ ਹੈ ਉਹਨੂੰ ਰਿਪੀਟ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਤੋਂ ਇਲਾਵਾ ਜੇ ਇਸ ਖਬਰ ਦੀ ਗੱਲ ਕੀਤੀ ਜਾਵੇ ਤੇ ਇਸ ਖਬਰ ਦੇ ਵਿੱਚ ਡਿਟੇਲ ਬਹੁਤ ਕੀਤੀ ਹੈ। ਉਹਨਾਂ ਨੇ ਲਿਖਿਆ ਹੈ ਸਰਕਮਸਟੈਂਸਸ ਸਰਾਊਂਡਿੰਗ ਮਿਸਟਰ ਪ੍ਰੂਡਸ ਡੈਥ ਫਰਸਟ ਬਿਕਮ ਪਬਲਿਕ ਇਨ ਸੈਪਟੈਂਬਰ ਆਫਟਰ ਹਿਸ ਫੈਮਿਲੀ held a news conference and released officer bodies camera footage. Mr. James launched the investigation into Mr. Prude's death thereafter. So let's see देखते हैं कि हुण इस तो बाद की हुंदा जदों क्लीन चिट मिल जाती है और इस तो बाद जेम्स हुणी जिहड़े ने यानी कि ये कह लो कि प्रूड हुणां दी फैमिली जिहड़ी है वो की स्टैप लैंदी है। वैल ये सी एक होर हैडलाइन जिहड़ी वॉल स्ट्रीट जर्नल ने छापी है। इस तो इलावा जो गल की जाए तो वॉल स्ट्रीट जर्नल ने टाइगर वुड जिहड़ी है वो न्यूज़ नूं टाइगर वुड वाली न्यूज़ नूं भी हैडलाइन बनाया है। लिखते हैं टाइगर वुड हॉस्पिटलाइज इन LA कार एक्सीडेंट विद मल्टीपल लेग इंजरीज। Golf legendary Tiger Woods was hospitalized early Tuesday after a rollover accident near Los Angeles left him with serious injuries to both legs and required him to be extricated by firefighters and paramedicals, law enforcement officials said. ਵੈਲ ਜੋ ਅਸੀਂ ਟਾਈਗਰ ਵੁੱਡ ਦੀ ਗੱਲ ਕਰਦੇ ਹਾਂ ਤਾਂ ਇੱਕ ਮੰਨੀ ਪਰਮੰਨੀ ਹਸਤੀ ਹੈ, ਪਬਲਿਕ ਫਿਗਰ ਹੈ, ਗੋਲਫ ਪਲੇਅਰ ਹੈ ਅਤੇ ਇਸ ਕਰਕੇ ਇਹਨਾਂ ਦੇ ਲਈ ਨਿਊਜ਼ ਬਣਨੀ ਇਹਨਾਂ ਦੇ ਉੱਪਰ ਨਿਊਜ਼ ਬਣਨੀ ਵਾਜਬ ਹੈ। ਜੇ ਇਸ ਖਬਰ ਦੀ ਗੱਲ ਕਰਾਂ ਤਾਂ ਇਸ ਖਬਰ ਦੇ ਵਿੱਚ ਬਹੁਤ ਸਾਰੇ ਨਾਮ ਜਿਹੜੇ ਨੇ ਉਹ ਵੀ ਮੈਂਸ਼ਨ ਕੀਤੇ ਨੇ ਵਾਲ ਸਟਰੀਟ ਜਰਨਲ ਨੇ। ਲਿਖਿਆ ਹੈ ਕਿ ਸ਼ੈਰੀ ਫੈਲਿਕਸ ਸੈਡ देयर वाज नो immediate sign of impairment, no attempt to draw blood from Woods was made at the scene.
he said that his condition and signs of being under the influence of narcotics, alcohol or medicines would be the subject of an investigation. ਇਹ ਇਨਵੈਸਟੀਗੇਸ਼ਨ ਦੇ ਸਬਜੈਕਟ ਰਹਿਣਗੇ ਕਿ ਉਹਨਾਂ ਨੇ ਕੋਈ ਐਲਕੋਹਲ ਤਾਂ ਨਹੀਂ ਲਈ ਸੀ, ਕੋਈ ਹੋਰ ਕਿਸੇ ਤਰੀਕੇ ਦਾ ਨਾਰਕੋਟਿਕ ਜਿਹੜਾ ਹੈ ਇਨਗਰੀਡੀਐਂਟ ਤਾਂ ਨਹੀਂ ਸੀ ਉਹਨਾਂ ਦੀ ਬਾਡੀ ਦੇ ਵਿੱਚ ਮਿਲਿਆ। ਇਹ ਤਰੀਕੇ ਦੇ ਨਾਲ ਇਨਵੈਸਟੀਗੇਸ਼ਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਵੈਲ ਇਹ ਸੀ ਵਾਲ ਸਟਰੀਟ ਜਰਨਲ ਜਿਹਨੇ ਵੱਖਰੀ ਹੈਡਲਾਈਨਸ ਬਣਾਈਆਂ। ਇਸ ਤੋਂ ਇਲਾਵਾ ਅੱਗੇ ਦੇਖਦੇ ਹਾਂ ਨਿਊਯਾਰਕ ਟਾਈਮ ਨੇ ਕਿਹੜੀ ਹੈਡਲਾਈਨ ਬਣਾਈ ਹੈ। ਵੈਲ ਨਿਊਯਾਰਕ ਟਾਈਮ ਦੀ ਗੱਲ ਕਰਾਂ ਤਾਂ ਨਿਊਯਾਰਕ ਟਾਈਮਸ ਨੇ एक फोटो वड्डी फोटो जी ला के है प्रूड की जी गल की है, लिखा है नो रोचेस्टर ऑफिसर आर चार्ज इन डेथ ऑफ डैनियल प्रूड। इन्होंने हैडिंग हर बार की तरह हैडिंग बनाए हुए ने, लिखा फर्स्ट हैडिंग च लिख रहे हैं अ ग्रैंड जूरी डिक्लाइन टू ब्रिंग एन इंडाइसमेंट फॉर द पुलिस ऑफिसर हु प्लेस्ड अ मैश हुड ऑन Mr. Prudes, a black man who was having a apparent psychotic episode. ਇਸ ਤੋਂ ਇਲਾਵਾ ਜਿਹੜਾ ਸੈਕਿੰਡ ਹੈਡਿੰਗ ਹੈ ਇਹਨਾਂ ਨੇ ਬਣਾਇਆ ਦ ਮਾਰਚ ਕਿਲਿੰਗ ਆਫ ਮਿਸਟਰ ਪ੍ਰੂਡ ਇਨ ਰੋਕੈਸਟਰਾ ਨਿਊਯਾਰਕ ਟੱਚ ਆਫ ਇੰਟੈਂਸ ਪ੍ਰੋਟੈਸਟ ਇਨ ਦ ਸਿਟੀ ਐਂਡ ਅਦਰ ਪਲੇਸਿਸ। ਵੈਲ ਇੱਕ ਤਰੀਕੇ ਦੇ ਨਾਲ ਜਦੋਂ ਅਸੀਂ ਗੱਲ ਕਰਦੇ ਹਾਂ ਪੂਰੀ ਦੁਨੀਆ ਦੀ, ਤੇ ਪੂਰੀ ਦੁਨੀਆ ਅੱਜ ਤੱਕ ਇਸ ਤਰੀਕੇ ਨਾਲ ਲੱਗ ਰਿਹਾ ਹੈ ਕਿ ਕੋਈ ਅੱਗ ਦੇ ਵਿੱਚ ਜਾ ਰਿਹਾ ਹੈ। ਇਸ ਤਰ੍ਹਾਂ ਕਿ ਫਾਇਰ ਹੈ ਜਿਹੜੀ ਕਿਤੇ ਨਾ ਕਿਤੇ ਵਾਈਲਡ ਫਾਇਰ ਬਣਦੀ ਜਾ ਰਹੀ ਹੈ। ਸੋ ਕਮਿਊਨਿਟੀਜ਼ ਨੂੰ ਲੈ ਕੇ, ਰਿਲੀਜਨ ਨੂੰ ਲੈ ਕੇ ਲਗਾਤਾਰ ਅਸੀਂ ਆਪਣੇ ਆਪ ਦੇ ਵਿੱਚ ਟਕਰਾਅ ਮਹਿਸੂਸ ਕਰ ਰਹੇ ਹਾਂ, ਚਾਹੇ ਉਹ ਇੰਡੀਆ ਹੋਵੇ ਚਾਹੇ ਅਮਰੀਕਾ ਹੋਵੇ। ਔਰ ਅਮਰੀਕਾ ਦੇ ਵਿੱਚ ਵੀ ਜਦੋਂ ਟਰੰਪ ਸਾਹਿਬ ਸੀਗੇ ਤੇ ਇਹਨਾਂ ਸਾਰੀਆਂ ਖਬਰਾਂ ਨੂੰ ਬਖੂਬੀ ਸ਼ਾਇਦ ਮਿਲਦੀ ਨਜ਼ਰ ਆ ਰਹੀ ਸੀ। ਇਹ ਸੀ ਅਮਰੀਕਨ ਨਿਊਜ਼ਪੇਪਰ। ਇਸ ਤੋਂ ਇਲਾਵਾ ਜੇ ਗੱਲ ਕਰੀਏ ਇੰਡੀਅਨ ਨਿਊਜ਼ਪੇਪਰ ਨੇ ਅੱਜ ਕੀ ਪਬਲਿਸ਼ ਕੀਤਾ, ਤਾਂ ਸਭ ਤੋਂ ਪਹਿਲਾਂ ਇੰਗਲਿਸ਼ ਟ੍ਰਿਬਿਊਨ ਦੀ ਗੱਲ ਕਰਦੇ ਹਾਂ। ਵੈਲ ਜੇ ਇੰਗਲਿਸ਼ ਟ੍ਰਿਬਿਊਨ ਦੀ ਗੱਲ ਕੀਤੀ ਜਾਵੇ ਤਾਂ ਇੰਗਲਿਸ਼ ਟ੍ਰਿਬਿਊਨ ਨੇ ਜਿਹੜੀ ਖਬਰ ਨੂੰ ਹੈਡਲਾਈਨ ਬਣਾਇਆ ਹੈ ਉਹ ਹੈ ਕਰੋਨਾ ਵਾਲੀ ਖਬਰ। ਔਰ ਕਰੋਨਾ ਖਬਰ ਦੇ ਵਿੱਚ ਉਹ ਲਿਖਦੇ ਨੇ two new variants in Maharashtra, Kerala, but not linked to the fresh spike, ਇਹ ਗਵਰਨਮੈਂਟ ਦੀ ਸਟੇਟਮੈਂਟ ਹੈ। ਸੋ ਵੈਲ ਜਦੋਂ ਅਸੀਂ ਗੱਲ ਕਰ ਰਹੇ ਹਾਂ ਇੰਡੀਆ ਦੀ, ਤੇ ਇੰਡੀਆ ਦੇ ਵਿੱਚ ਸਾਨੂੰ ਇਹ ਲੱਗ ਰਿਹਾ ਕਿ ਸੈਕਿੰਡ ਜਿਹੜੀ ਸਟੇਜ ਹੈ ਜਾਂ ਸੈਕਿੰਡ ਸਟ੍ਰੇਨ ਜਿਹੜੀ ਹੈ ਉਹ ਪਹੁੰਚ ਚੁੱਕੀ ਹੈ। ਮਹਾਰਾਸ਼ਟਰ ਦੇ ਵਿੱਚ ਲਗਾਤਾਰ ਕੇਸਿਸ ਹਿੱਟ ਹੋ ਰਹੇ ਨੇ, ਕੇਰਲਾ ਦੇ ਵਿੱਚ ਹੋ ਰਹੇ ਨੇ, ਕਰਨਾਟਕਾ ਦੇ ਵਿੱਚ ਹੋ ਰਹੇ ਨੇ, ਔਰ ਇਸ ਖਬਰ ਨੂੰ ਇਹਨਾਂ ਨੇ ਡਿਟੇਲ ਦਿੱਤੀ ਹੋਈ ਹੈ। ਇਸ ਤੋਂ ਇਲਾਵਾ ਜੇ ਮੈਂ ਇਸ ਖਬਰ ਨੂੰ ਪੜ੍ਹਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਿਹੜੀ ਸਟੇਟਮੈਂਟ ਹੈ ਉਹਦੀ ਗੱਲ ਕਰਾਂ, ਉਹਨਾਂ ਨੇ ਲਿਖਿਆ ਹੈ aimed coronally low, PM Modi has backed the traditional drug section, saying it had gained global prominence. Well, ਇਸ ਜਿਹੜੀ ਸਟੇਟਮੈਂਟ ਹੈ ਇਹ ਆਪਣੇ ਆਪ ਦੇ ਵਿੱਚ ਮਜ਼ਾਕੀਆ ਸਟੇਟਮੈਂਟ ਲੱਗਦੀ ਹੈ। ਐਂਡ ਮੈਨੂੰ ਲੱਗਦਾ ਕਿ ਇਸ ਖਬਰ ਨੂੰ ਜੇ ਦੇਖਿਆ ਜਾਵੇ ਉਹ ਬੈਟਰ ਹੈ ਜਦ ਅਸੀਂ ਜਦੋਂ PM ਦੀ ਸਟੇਟਮੈਂਟ ਕਰਦੇ ਹਾਂ। ਪਰ ਲਗਾਤਾਰ ਇੱਕ ਚੀਜ਼ ਮੈਨੂੰ ਸਮਝ ਨਹੀਂ ਆ ਰਹੀ ਕਿ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਕੱਲ੍ਹ ਸਟੇਟਮੈਂਟ ਦੇ ਰਹੇ ਨੇ ਤਾਂ ਸ਼ਾਇਦ ਉਹ ਫੈਕਟਸ ਅਤੇ ਫਿਗਰ ਨੂੰ ਭੁੱਲ ਜਾਂਦੇ ਨੇ। ਉਹ ਇੱਦਾਂ ਲੱਗਦਾ ਹੈ ਕਿ ਇੱਕ ਸਕ੍ਰਿਪਟਡ ਜਿਹੜੀ ਚੀਜ਼ਾਂ ਨੇ ਉਹਨਾਂ ਨੂੰ ਸਾਹਮਣੇ ਲੈ ਕੇ ਆਉਣ ਦੀ ਕੋਸ਼ਿਸ਼ ਕਰ ਰਹੇ ਨੇ। ਇਸ ਤੋਂ ਇਲਾਵਾ ਜੇ ਗੱਲ ਕੀਤੀ ਜਾਵੇ ਇਸ ਖਬਰ ਦੀ ਤਾਂ PM ਆਫਿਸ ਵੱਲੋਂ ਜੋ ਰਿਵਿਊ ਹੈ, PMO ਰਿਵਿਊ ਐਸੋਸੀਏਸ਼ਨਸ ਟੀਮ ਰਸ਼ ਟੂ ਪੰਜਾਬ ਫॉर ਅਦਰ ਸਟੇਟਸ। ਪੰਜਾਬ ਨੂੰ ਉਹਨਾਂ ਨੇ ਵਿਜ਼ਿਟ ਕੀਤਾ ਹੈ ਤੇ 4 ਹੋਰ ਸਟੇਟਸ ਨੂੰ ਕੀਤਾ ਹੈ। ਇਸ ਖਬਰ ਦੀ ਡਿਟੇਲ ਮੈਂ ਪੜ੍ਹਦਾ ਹਾਂ। ਲਿਖਿਆ ਹੈ ਦ ਗਵਰਨਮੈਂਟ ਔਨ ਟਿਊਜ਼ਡੇ ਰਿਪੋਰਟਡ 2 ਨਿਊ ਵੇਰੀਐਂਟਸ ਆਫ COVID-19 causing SARS-CoV-2 virus in Maharashtra, Kerala and Telangana, but said these did not cause a recent surge in states. ਜਦੋਂ ਅਸੀਂ ਨਵੇਂ ਵੇਰੀਐਂਟਸ ਦੀ ਗੱਲ ਕਰਦੇ ਹਾਂ ਤਾਂ ਸਾਨੂੰ ਪਤਾ ਸੀ ਕਿ ਜਿਹੜਾ ਵੇਰੀਐਂਟ ਅਫਰੀਕਾ ਤੋਂ ਚੱਲ ਕੇ ਇੰਗਲੈਂਡ ਨੂੰ ਹਿੱਟ ਕੀਤਾ ਸੀ ਉਹਦੀ ਇੱਕ ਤਰੀਕੇ ਦੇ ਨਾਲ ਜਿਹੜੀ ਪਹੁੰਚ ਸੀ ਉਹ ਜ਼ਿਆਦਾ ਸੀਗੀ ਨੋਰਮਲ ਸੀ ਦੇ ਕਰੋਨਾ ਵਾਇਰਸ ਦੀ ਗੱਲ ਕੀਤੀ ਜਾਵੇ। ਔਰ ਇੰਡੀਆ ਨੂੰ ਵੀ ਕਿਤੇ ਨਾ ਕਿਤੇ ਲੱਗਦਾ ਸੀ ਕਿ ਜਿਹੜੇ ਨਵੇਂ ਵੇਰੀਐਂਟ ਨੇ ਸ਼ਾਇਦ ਇਹਨਾਂ ਕਰਕੇ ਇੱਕ ਦੁਬਾਰ ਤੋਂ ਕੇਸਿਸ ਸਰਜ ਹੋਣੇ ਸ਼ੁਰੂ ਹੋ ਗਏ ਆ। ਹੁਣ ਕਮਿਊਨਿਟੀ ਟਰਾਂਸਮਿਸ਼ਨ ਦਾ ਖਤਰਾ ਜ਼ਿਆਦਾ ਹੈ ਇਹਨਾਂ ਨੂੰ ਲੱਗ ਰਿਹਾ ਸੀਗਾ, ਪਰ ਹੁਣ ਕਲੀਅਰ ਕਰ ਦਿੱਤਾ PMO ਜਿਹੜਾ ਆਫਿਸ ਹੈ ਉਹਨਾਂ ਨੇ ਕਿ ਨਵੇਂ ਵੇਰੀਐਂਟਸ ਤਾਂ ਹੈ ਪਰ ਉਹਨਾਂ ਦਾ ਕਰਕੇ ਇਹ ਨਹੀਂ ਕਿਹਾ ਜਾ ਸਕਦਾ ਕਿ ਇਹਨਾਂ ਦਾ ਸਪਾਈਕ ਜ਼ਿਆਦਾ ਹੋਇਆ ਹੈ। ਵੈਲ ਇਸ ਤੋਂ ਇਲਾਵਾ ਜੇ ਗੱਲ ਕੀਤੀ ਜਾਵੇ ਇੱਕ ਹੋਰ ਇਹਨਾਂ ਨੇ ਇਹਦੇ ਵਿੱਚ ਲਿਖਿਆ ਹੈ ਕਰਬਸ ਔਨ ਸੋਸ਼ਲ ਗੈਦਰਿੰਗ ਇਨ ਪੰਜਾਬ। ਪੰਜਾਬ CM ਕੈਪਟਨ ਅਮਰਿੰਦਰ ਸਿੰਘ ਹੁਣਾਂ ਨੇ ਇੱਕ ਸਟੇਟਮੈਂਟ ਦਿੱਤੀ ਹੈ ਕਿ ਟਿਊਜ਼ਡੇ ਜਿਹੜੀ ਉਹਨਾਂ ਨੇ ਕੱਲ੍ਹ ਸਟੇਟਮੈਂਟ ਦਿੱਤੀ ਹੈ ਕਿ ਜਿਹੜੀ ਇਨਡੋਰ ਗੈਦਰਿੰਗ ਹੈ ਚਾਹੇ ਉਹ ਵਿਆਹ ਪਾਰਟੀਜ਼ ਹੈ ਉਹ 100 ਹੋਏਗੀ, ਜਿਹੜੀ ਆਊਟਡੋਰ ਗੈਦਰਿੰਗ ਹੈ ਉਹ 200 ਹੋਏਗੀ। ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਤਾਂ ਇੱਕ ਹੋਰ ਹੈਡਲਾਈਨ ਜਿਹੜੀ ਕਿ ਟੂਲ ਕਿਟ ਮਾਮਲੇ ਦੇ ਵਿੱਚ ਹੈ ਉਸ ਨੂੰ ਵੀ ਇਹਨਾਂ ਨੇ ਹੈਡਲਾਈਨ ਬਣਾਇਆ ਹੈ। ਲਿਖ ਰਹੇ ਨੇ ਕੋਰਟ ਗ੍ਰਾਂਟਸ ਦਿਸ਼ਾ ਬੇਲ ਕਾਲਸ ਟੂਲ ਕਿਟ ਪ੍ਰੂਫ ਸਕੈਂਟੀ ਸਕੈਚੀ। ਵੈਲ ਗਵਰਨਮੈਂਟ ਦਾ ਇਹ ਇੱਕ ਗਵਰਨਮੈਂਟ ਦੇ ਲਈ ਜਾਂ ਫਿਰ ਕਹਿ ਲਓ ਕਿ ਦਿੱਲੀ ਪੁਲਿਸ ਦੇ ਉੱਤੇ ਇੱਕ ਤਰੀਕੇ ਦੇ ਨਾਲ ਇਹ ਬਹੁਤ ਵੱਡਾ ਵਾਰ ਹੈ ਔਰ ਪ੍ਰੂਵ ਹੋ ਜਾਂਦਾ ਹੈ ਕਿ ਤੁਸੀਂ ਬਿਨਾਂ ਕਿਸੇ ਗਲਤ ਤੋਂ ਦਿਸ਼ਾ ਰਵੀ ਨੂੰ ਗ੍ਰਿਫਤਾਰ ਕੀਤਾ ਸੀਗਾ। ਵੈਲ ਇਸ ਚੀਜ਼ ਨੂੰ ਜਾਂ ਪੜ੍ਹਾਂ, ਇਸ ਖਬਰ ਨੂੰ ਪੜ੍ਹਾਂ ਤਾਂ ਲਿਖਿਆ ਹੈ terming the evidence produced by Delhi police as scanty and sketchy, Delhi court today granted bail to climate activist Disha Ravi, arrested for her allegedly involvement in sharing on social media toolkit related to the farmers.
ਵੈਲ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਸਟੇਟਮੈਂਟ ਹੈ। ਹੁਣ ਕਿਤੇ ਨਾ ਕਿਤੇ ਮੈਨੂੰ ਇਹ ਲੱਗ ਰਿਹਾ ਪਾਰਟਿਕੂਲਰਲੀ ਕਿ ਸ਼ਾਇਦ ਕੋਈ ਵੀ ਬੰਦਾ ਜਿਹੜਾ ਕਿਸਾਨੀ ਸੰਘਰਸ਼ ਦੇ ਫਰੇਮ ਦੇ ਵਿੱਚ ਬੋਲ ਰਿਹਾ ਹੈ ਜਾਂ ਕਿਸਾਨੀ ਸੰਘਰਸ਼ ਦੇ ਲਈ ਬੋਲ ਰਿਹਾ ਹੈ, ਉਹਨੂੰ ਇਹ ਦੱਸਿਆ ਜਾ ਰਿਹਾ ਹੈ ਕਿ ਉਹਦੇ 'ਤੇ ਸੈਡੀਸ਼ਨ ਲੱਗੀ ਜਾਏਗੀ, ਉਹਦੇ 'ਤੇ UAPA ਲੱਗ ਸਕਦਾ ਉਹਦੇ 'ਤੇ। ਸੋ ਇੱਕ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਗੱਲ ਹੈ। ਇਸ ਤੋਂ ਇਲਾਵਾ ਜੇ ਗੱਲ ਕੀਤੀ ਜਾਵੇ ਤਾਂ ਇੱਕ ਹੋਰ ਹੈਡਲਾਈਨ ਜਿਹੜੀ ਇੰਪੋਰਟੈਂਟ ਹੈ ਉਹ ਲੱਖਾ ਸਿਧਾਣਾ ਨੂੰ ਲੈ ਕੇ ਬਣਾਈ ਹੈ। ਸਿਧਾਣਾ ਐਡਰੈਸਿਸ ਰੈਲੀ ਇਨ ਕੈਪਟਨ ਵਿਲੇਜ, ਕੋਪਸ ਲੁੱਕ ਔਨ ਐਂਡ Republic Day violence accused Lakha Sidhana, who has been on the run since January 26, address a rally at Punjab CM's Captain Amrinder Singh's native Mehraj village here today and give a call to intensify farmers' stir। ਜਿਹੜੇ ਪੋਲੀਟੀਕਲ ਐਕਸਪਰਟਸ ਹੈ ਉਹਨਾਂ ਦਾ ਮੰਨਣਾ ਹੈ ਕਿ ਇੱਕ ਚੀਜ਼ ਜਿਹੜੀ ਹੈ ਉਹ ਕੈਪਟਨ ਨੇ ਪੰਜਾਬੀਆਂ ਦੇ ਹੱਕ ਵਿੱਚ ਕੀਤੀ ਸੀ। ਉਹਨਾਂ ਨੇ ਇਹ ਹੱਕ 'ਚ ਕਰ ਦਿੱਤਾ ਕਿ ਜੇ ਸੰਘਰਸ਼ ਨੂੰ ਲੈ ਕੇ ਗੱਲ ਕੀਤੀ ਜਾਵੇ ਜਾਂ ਕਿਸਾਨੀ ਸੰਘਰਸ਼ ਨੂੰ ਗੱਲ ਲੈ ਕੇ ਕੀਤੀ ਜਾਵੇ ਤੇ ਕੋਈ ਵੀ ਅਜਿਹੀ ਜਿਹੜੀ ਆਪਾਂ ਕਹਿ ਲਈਏ ਕਿ ਐਕਟੀਵਿਟੀ ਹੈ ਪੁਲਿਸ ਵੱਲੋਂ ਜਾਂ ਫਿਰ ਪੁਲਿਸ ਨੇ ਕੋਈ ਵੀ ਇੱਦਾਂ ਦੀ ਐਕਟੀਵਿਟੀ ਨਹੀਂ ਕੀਤੀ ਜਿਹੜੀ ਕਿ ਕਿਸਾਨੀ ਧਰਨੇ ਦੇ ਖਿਲਾਫ ਹੋਵੇ, ਔਰ ਇਹ ਇੱਕ ਓਨਲੀ ਚੀਜ਼ ਜਿਹੜੀ ਹੈ ਪੋਜ਼ੀਟਿਵ ਬਾਏ ਕੈਪਟਨ ਅਮਰਿੰਦਰ ਸਿੰਘ ਹੈ। ਇਹ ਸੀ ਇੰਗਲਿਸ਼ ਟ੍ਰਿਬਿਊਨ। ਅੱਗੇ ਵਧਦੇ ਹਾਂ ਪੰਜਾਬੀ ਟ੍ਰਿਬਿਊਨ ਨੇ ਕੀ ਲਿਖਿਆ ਹੈ। ਜਦੋਂ ਪੰਜਾਬੀ ਟ੍ਰਿਬਿਊਨ ਦੀ ਅਸੀਂ ਗੱਲ ਕਰਦੇ ਹਾਂ ਤਾਂ ਪੰਜਾਬੀ ਟ੍ਰਿਬਿਊਨ ਅਕਸਰ ਪੰਜਾਬ ਦੇ ਮੁੱਦੇ ਨੂੰ ਆਪਣੀ ਹੈਡਲਾਈਨ ਬਣਾ ਕੇ ਪੇਸ਼ ਕਰਦਾ ਹੈ ਤੇ ਅੱਜ ਵੀ ਕੁਝ ਇਦਾਂ ਦਾ ਹੀ ਹੈ ਕਿ ਪੰਜਾਬੀ ਮੁੱਦੇ ਨੂੰ ਯਾਨੀ ਕਿ ਪੰਜਾਬ ਦਾ ਪੱਖਿਆ ਹੋਇਆ ਮੁੱਦਾ ਕਿਸਾਨੀ ਮੁੱਦਾ ਉਹਨੂੰ ਲੈ ਕੇ ਹੈਡਲਾਈਨ ਬਣਾਈ ਹੈ। ਲਿਖ ਰਹੇ ਨੇ ਮੋਦੀ ਸਰਕਾਰ ਨੂੰ ਕਾਲੇ ਕਾਨੂੰਨ ਵਾਪਸ ਹੀ ਲੈਣੇ ਪੈਣਗੇ। ਸ਼ਹੀਦ ਭਗਤ ਸਿੰਘ ਦੇ ਭਤੀਜੇ ਵੱਲੋਂ 23 ਮਾਰਚ ਤੋਂ ਮਰਨ ਵਰਤ ਤੇ ਬੈਠਣ ਦਾ ਐਲਾਨ ਕੀਤਾ ਗਿਆ ਹੈ। ਕਿਸਾਨ ਰਵਾਇਤੀ ਰੰਗ ਬਿਰੰਗੀਆਂ ਪੱਗਾਂ ਬੰਨ੍ਹ ਕੇ ਸ਼ਾਮਲ ਹੋਣ। ਮਰਹੂਮ ਕਿਸਾਨ ਆਗੂ ਸਵਾਮੀ ਸਹਿਜਾਨੰਦ ਸਰਸਵਤੀ ਦਾ ਜਨਮ ਦਿਹਾੜਾ ਵੀ ਮਨਾਇਆ ਜਾਏਗਾ। ਇਸ ਤੋਂ ਇਲਾਵਾ ਇਸੇ ਖਬਰ ਦੇ ਵਿੱਚ ਬਾਕਸ ਪੌਕ ਬਣਾ ਕੇ ਰਾਕੇਸ਼ ਟਕੈਤ ਦੀ ਇੱਕ ਸਟੇਟਮੈਂਟ ਲਾਈ ਹੈ ਇਹਨਾਂ ਨੇ। ਕਾਨੂੰਨ ਵਾਪਸ ਨਾ ਲਏ ਤਾਂ ਸੰਸਦ ਦਾ ਘਿਰਾਓ ਕਰਨਗੇ ਕਿਸਾਨ। ਰਾਕੇਸ਼ ਟਕੈਤ ਕਿਸਾਨ ਆਗੂ ਰਾਕੇਸ਼ ਟਕੈਤ ਨੇ ਕੱਲ੍ਹ ਕਿਹਾ ਹੈ ਕਿ ਜੇ ਕੇਂਦਰ ਸਰਕਾਰ ਨੇ ਖੇਤੀ ਕਾਨੂੰਨ ਵਾਪਸ ਨਾ ਲਏ ਤਾਂ ਮੁਜ਼ਾਹਰਾ ਕਰ ਰਹੇ ਕਿਸਾਨ ਸੰਸਦ ਦਾ ਘਿਰਾਓ ਕਰਨਗੇ। ਉਹਨਾਂ ਕਿਸਾਨਾਂ ਨੂੰ ਤਿਆਰ ਰਹਿਣ ਲਈ ਕਿਹਾ ਕਿਉਂਕਿ ਦਿੱਲੀ ਮਾਰਚ ਦਾ ਸੱਦਾ ਕਦੇ ਵੀ ਦਿੱਤਾ ਜਾ ਸਕਦਾ ਹੈ। ਟਿਕੈਤ ਸੀਕਰ ਵਿੱਚ ਸੰਯੁਕਤ ਕਿਸਾਨ ਮੋਰਚੇ ਦੀ ਕਿਸਾਨ ਮਹਾਪੰਚਾਇਤ ਨੂੰ ਸੰਬੋਧਨ ਕਰ ਰਹੇ ਸਨ। ਟਿਕੈਤ ਨੇ ਕਿਹਾ ਕਿ ਇਸ ਵਾਰ ਸੰਸਦ ਘਿਰਾਓ ਦਾ ਸੱਦਾ ਦਿੱਤਾ ਜਾਵੇਗਾ, ਇਸ ਦਾ ਐਲਾਨ ਕੀਤਾ ਜਾਵੇਗਾ ਤੇ ਦਿੱਲੀ ਵੱਲ ਮਾਰਚ ਕੀਤਾ ਜਾਵੇਗਾ। ਇਸ ਤੋਂ ਇਲਾਵਾ ਇਸੇ ਖਬਰ ਦੇ ਵਿੱਚ ਬਹੁਤ ਸਾਰੀਆਂ ਹੋਰ ਇਹਨਾਂ ਨੇ ਖਬਰਾਂ ਇਨਕਲੂਡ ਕੀਤੀਆਂ ਜਿਨ੍ਹਾਂ ਵਿੱਚ ਲਿਖਿਆ ਸਰਕਾਰਾਂ ਨੂੰ ਗਲਤਫਹਿਮੀ ਕਿ ਕਿਸਾਨ ਛੇਤੀ ਮੁੜ ਜਾਣਗੇ। ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂ ਡਾਕਟਰ ਦਰਸ਼ਨਪਾਲ ਨੇ ਕਿਹਾ ਕਿ ਸਰਕਾਰਾਂ ਨੂੰ ਇਹ ਗਲਤਫਹਿਮੀ ਸੀ ਕਿ ਕਿਸਾਨ ਛੇਤੀ ਹੀ ਚਲੇ ਜਾਣਗੇ। ਉਹਨਾਂ ਕਿਹਾ ਕਿ ਅੰਗਰੇਜ਼ਾਂ ਨੂੰ ਦੇਸ਼ ਚੋਂ ਭਜਾਉਣ ਲਈ ਲੰਮਾ ਸਮਾਂ ਸੰਘਰਸ਼ ਚੱਲਿਆ। ਹੁਣ ਤੱਕ ਕਿਸਾਨਾਂ ਦੇ ਇਸ ਅੰਦੋਲਨ ਵਿੱਚ ਵੀ ਔਰਤ, ਮੁਲਾਜ਼ਮ ਤੇ ਨੌਜਵਾਨ ਵਰਗ ਵੀ ਸ਼ਾਮਲ ਹੋ ਰਹੇ ਨੇ। ਇਸ ਤੋਂ ਇਲਾਵਾ ਇੱਕ ਹੋਰ ਬਾਕਸ ਪੌਪ ਹੈ, ਉਹਦੇ ਵਿੱਚ ਲਿਖਿਆ ਹੈ ਲਾਲ ਕਿਲਾ ਹਿੰਸਾ, ਕਿਸਾਨ ਆਗੂ ਸਮੇਤ 2 ਹੋਰ ਜੰਮੂ ਤੋਂ ਗ੍ਰਿਫਤਾਰ। ਗਣਤੰਤਰ ਦਿਵਸ ਮੌਕੇ ਲਾਲ ਕਿਲੇ ਤੇ ਹੋਈ ਹਿੰਸਾ ਦੇ ਮਾਮਲੇ ਵਿੱਚ ਪੁਲਿਸ ਨੇ ਕਿਸਾਨ ਆਗੂ ਸਮੇਤ 2 ਹੋਰ ਵਿਅਕਤੀਆਂ ਨੂੰ ਜੰਮੂ ਤੋਂ ਗ੍ਰਿਫਤਾਰ ਕੀਤਾ ਹੈ। ਦਿੱਲੀ ਪੁਲਿਸ ਨੇ ਕਿਹਾ ਹੈ ਕਿ ਜੰਮੂ ਕਸ਼ਮੀਰ ਯੂਨਾਈਟਿਡ ਕਿਸਾਨ ਫਰੰਟ ਦੇ ਚੇਅਰਮੈਨ ਮਹਿੰਦਰ ਸਿੰਘ ਅਤੇ ਮਨਦੀਪ ਸਿੰਘ ਇਤਿਹਾਸਿਕ ਕਿਲੇ ਤੇ ਹਿੰਸਾ ਭੜਕਾਉਣ ਦੇ ਮੁੱਖ ਸਾਜ਼ਿਸ਼ਕਾਰ 'ਚੋਂ ਸਨ ਅਤੇ ਉਹਨਾਂ ਨੂੰ ਉੱਥੇ ਮੌਜੂਦ ਸਨ ਤੇ ਉਹਨਾਂ ਨੂੰ ਉੱਥੇ ਫੜ ਲਿਆ ਗਿਆ ਹੈ। ਉਹਨਾਂ ਤੋਂ ਪੁੱਛਗਿੱਛ ਹੋਏਗੀ ਤੇ ਫਿਰ ਉਸ ਤੋਂ ਬਾਅਦ ਹੀ ਕੋਈ ਸਟੇਟਮੈਂਟ ਸਾਹਮਣੇ ਆਏਗੀ। ਇਸ ਤੋਂ ਇਲਾਵਾ ਜੇ ਗੱਲ ਕੀਤੀ ਜਾਵੇ ਤੇ ਕੇਂਦਰ ਸਰਕਾਰ ਨੂੰ ਫਸਲ ਦੀ ਸਿੱਧੀ ਅਦਾਇਗੀ ਲਈ ਬਾਜਦ ਇੱਕ ਹੈਡਲਾਈਨ ਹੈ। ਕੇਂਦਰ ਦੀ ਸਰਕਾਰ ਹੁਣ ਕਿਸਾਨਾਂ ਨੂੰ ਜਿਣਸ ਦੀ ਸਿੱਧੀ ਅਦਾਇਗੀ ਲਈ ਅੜ ਗਈ ਹੈ, ਜਿਸ ਤੋਂ ਪੰਜਾਬ 'ਚ ਨਵਾਂ ਸੰਕਟ ਬਣ ਗਿਆ ਹੈ। ਭਾਰਤੀ ਖੁਰਾਕ ਮੰਤਰਾਲੇ ਦੇ ਉੱਚ ਅਧਿਕਾਰੀਆਂ ਦੀ ਅੱਜ ਦਿੱਲੀ 'ਚ ਹੋਈ ਮੀਟਿੰਗ ਵਿੱਚ ਪੰਜਾਬ ਸਰਕਾਰ ਦੇ ਅਧਿਕਾਰੀ ਵੀ ਸ਼ਾਮਲ ਹੋਏ। ਮੀਟਿੰਗ ਦੌਰਾਨ ਕੇਂਦਰ ਨੇ ਕਣਕ ਦੀ ਅਗਲੀ ਫਸਲ ਲਈ ਕਿਸਾਨਾਂ ਨੂੰ ਸਿੱਧੀ ਅਦਾਇਗੀ ਕੀਤੇ ਜਾਣ ਲਈ ਆਖ ਦਿੱਤਾ ਹੈ। ਹਾਲਾਂਕਿ ਖੁਰਾਕ ਤੇ ਸਪਲਾਈ ਵਿਭਾਗ 'ਚ ਪੰਜਾਬ ਦੇ ਅਧਿਕਾਰੀ ਮੀਟਿੰਗ 'ਚ ਅਗਲੀ ਫਸਲ ਦੀ ਅਦਾਇਗੀ ਆੜ੍ਹਤੀਆਂ ਤੇ ਬੈਂਕ ਖਾਤਿਆਂ ਵਿੱਚ ਪਾਏ ਜਾਣ ਦੀ ਵਿਵਸਥਾ ਜਾਰੀ ਰੱਖਣ ਦੀ ਵਕਾਲਤ ਕਰਦੇ ਹਨ। ਇੱਕ ਬਹੁਤ ਵੱਡਾ ਮੁੱਦਾ ਜਿਹੜਾ ਹੈ ਨਵਾਂ ਸ਼ੁਰੂ ਹੋ ਜਾਏਗਾ ਇਸ ਕਿਸਾਨੀ ਦੇ ਲਈ। ਇਸ ਤੋਂ ਇਲਾਵਾ ਜੇ ਗੱਲ ਕਰਾਂ ਟੂਲ ਕਿਟ ਮਾਮਲੇ ਦੇ ਵਿੱਚ ਵਾਤਾਵਰਨ ਕਾਰਕੁਨ ਦਿਸ਼ਾ ਰਵੀ ਦੀ ਜ਼ਮਾਨਤ ਜਿਹੜੀ ਹੈ ਉਹਨੂੰ ਵੀ ਹੈਡਲਾਈਨ ਬਣਾਇਆ ਹੈ। ਲਿਖ ਰਹੇ ਨੇ ਦਿੱਲੀ ਦੀ ਕੋਰਟ ਨੇ ਵਾਤਾਵਰਨ ਕਾਰਕੁਨ ਦਿਸ਼ਾ ਰਵੀ ਨੂੰ ਟੂਲ ਕਿਟ ਮਾਮਲੇ ਵਿੱਚ ਜ਼ਮਾਨਤ ਦੇ ਦਿੱਤੀ ਹੈ। ਇਸ ਦੌਰਾਨ ਦਿਸ਼ਾ ਰਵੀ ਨੂੰ ਅੱਜ ਰਾਤ ਤਿਹਾੜ ਜੇਲ੍ਹ ਤੋਂ ਰਿਹਾ ਕਰ ਦਿੱਤਾ ਜਾਏਗਾ। ਬੰਗਲੁਰੂ ਨਾਲ ਸੰਬੰਧਿਤ ਦਿਸ਼ਾ ਰਵੀ ਨੂੰ ਕਿਸਾਨ ਅੰਦੋਲਨ ਨਾਲ ਜੁੜੀ ਟੂਲ ਕਿਟ ਅੱਗੇ ਮੀਡੀਆ 'ਚ ਕਥਿਤ ਸਾਂਝਾ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਸੀ। ਇਹ ਸੀ ਪੰਜਾਬੀ ਟ੍ਰਿਬਿਊਨ। ਦੇਖਦੇ ਹਾਂ ਕਿ ਹਿੰਦੁਸਤਾਨ ਟਾਈਮਸ ਨੇ ਕਿਹੜੀ ਖਬਰ ਨੂੰ ਹੈਡਲਾਈਨ ਬਣਾਇਆ ਹੈ। ਹਿੰਦੁਸਤਾਨ ਟਾਈਮਸ ਦੀ ਗੱਲ ਕਰੀਏ ਤਾਂ ਹਿੰਦੁਸਤਾਨ ਟਾਈਮਸ ਨੇ ਵੀ ਦਿਸ਼ਾ ਰਵੀ ਨੂੰ ਲੈ ਕੇ ਹੈਡਲਾਈਨ ਬਣਾਈ ਹੈ। ਲਿਖਿਆ ਹੈ ਸਕੈਚੀ ਐਵੀਡੈਂਸ ਦਿਸ਼ਾ ਗ੍ਰਾਂਟਡ ਬੇਲ। ਵਾਕਈ ਬਹੁਤ ਫੇਵਰ ਵਾਲੀ ਗੱਲ ਹੈ। ਲਿਖਿਆ ਹੈ ਅ ਡੇਲੀ ਕੋਰਟ ਔਨ ਟਿਊਜ਼ਡੇ ਗ੍ਰਾਂਟਡ ਬੇਲ ਟੂ ਕਲਾਈਮੇਟ ਐਕਟਿਵਿਸਟ ਦਿਸ਼ਾ ਰਵੀ saying there was a scanty and sketchy evidence to back charges of sedition against her and assertion that citizen could not be jailed simply because they disagree with government's policies। ਸੋ ਇੱਕ ਮੈਨੂੰ ਲੱਗਦਾ ਕਿ ਬਹੁਤ ਵੱਡੀ ਇੱਕ
ਜਿੱਤ ਹੈ ਜਸਟਿਸ ਦੀ, ਬਹੁਤ ਵੱਡੀ ਜਿੱਤ ਹੈ ਉਹਨਾਂ ਲੋਕਾਂ ਦੀ ਜਿਹੜੇ ਸੰਘਰਸ਼ ਨਾਲ ਜੁੜੇ ਨੇ। ਉਹ ਕਹਿੰਦੇ ਜੀ ਕਦੀ ਇਸ ਬਿਆਨ ਦੇ ਉੱਤੇ ਲੋਕਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਸਕਦਾ ਕਿ ਉਹ ਗਵਰਨਮੈਂਟ ਦੀਆਂ ਜਿਹੜੀਆਂ ਪਾਲਿਸੀਆਂ ਉਹਦੇ ਨਾਲ ਡਿਸਐਗਰੀ ਕਰਦੇ ਨੇ, ਅਲਾਈ ਨਹੀਂ ਕਰਦੇ, ਉਹਨਾਂ ਨੂੰ ਲੱਗਦਾ ਕਿ ਉਹ ਗਲਤ ਪਾਲਿਸੀਜ਼ ਹੈ। ਇਹੀ ਸੀ ਹਿੰਦੁਸਤਾਨ ਟਾਈਮਜ਼ ਨੇ ਇਹ ਬਹੁਤ ਵਧੀਆ ਤਰੀਕੇ ਦੇ ਨਾਲ ਐਕਸਪਲੇਨ ਕੀਤੀਆਂ ਚੀਜ਼ਾਂ। ਜੇ ਮੈਂ ਲਿਖਾਂ ਤੇ ਐਡੀਸ਼ਨਲ ਸੈਸ਼ਨ ਜੱਜ ਧਰਮਿੰਦਰ ਰਾਣਾ ਰਿਲੀਜ਼ ਦ 22-year-old activist on personal bond of 1 lakh and two securities of similar account roughly 10 days after she was arrested by Delhi police in Bangalore for allegedly editing a social media document or toolkit about the ongoing farmer protest against 3 central laws। ਸੋ ਇਹ ਬਹੁਤ ਡਿਟੇਲ ਦੇ ਕੇ ਇਹਨਾਂ ਨੇ ਲਿਖਿਆ ਹੈ। ਇਸ ਤੋਂ ਇਲਾਵਾ ਅੱਗੇ ਵਧਣਾ ਦੇਦਾ ਨਵਾਂ ਜ਼ਮਾਨਾ ਨੇ ਕੀ ਲਿਖਿਆ। ਨਵਾਂ ਜ਼ਮਾਨਾ ਦੀ ਅੱਜਕੱਲ ਹੈਡਲਾਈਨ ਦੇਖ ਕੇ ਮੈਨੂੰ ਲੱਗਦਾ ਹੈ ਕਿ ਬਹੁਤ ਕ੍ਰੀਏਟਿਵ ਕੰਮ ਕੀਤਾ ਜਾ ਰਿਹਾ। ਇਹਨਾਂ ਨੇ ਹੈਡਲਾਈਨ ਦੇ ਵਿੱਚ ਲਿਖਿਆ ਹੈ ਦਿਸ਼ਾ ਰਹਿਤ ਕੇਸ 'ਚ ਦਿਸ਼ਾ ਦੀ ਜ਼ਮਾਨਤ ਕਿ ਜਿਸ ਕੇਸ ਦੇ ਵਿੱਚ ਕੋਈ ਦਿਸ਼ਾ ਹੀ ਨਹੀਂ ਸੀਗੀ, ਦਿਸ਼ਾ ਰਹਿਤ ਕੇਸ ਸੀਗਾ, ਉਸ ਵਿੱਚ ਦਿਸ਼ਾ ਰਵੀ ਨੂੰ ਜ਼ਮਾਨਤ ਮਿਲ ਗਈ ਹੈ। ਕੋਰਟ ਨੇ ਖਾਲਿਸਤਾਨੀਆਂ ਨਾਲ ਸੰਬੰਧਾਂ ਦੀ ਦਲੀਲ ਕੀਤੀ ਖਾਰਜ। ਐਡੀਸ਼ਨਲ ਸੈਸ਼ਨ ਜੱਜ ਧਰਮਿੰਦਰ ਰਾਣਾ ਨੇ ਟੂਲ ਕਿਟ ਮਾਮਲੇ ਵਿੱਚ ਵਾਤਾਵਰਨ ਕਾਰਕੁਨ ਦਿਸ਼ਾ ਰਵੀ ਨੂੰ ਮੰਗਲਵਾਰ ਜ਼ਮਾਨਤ ਦੇ ਦਿੱਤੀ। ਉਸ ਨੂੰ ਜ਼ਮਾਨਤ ਵਿੱਚ 1 ਲੱਖ ਰੁਪਏ ਦੇ ਮੁਚਲਕੇ 'ਤੇ ਮਿਲੀ ਹੈ। ਦਿੱਲੀ ਪੁਲਿਸ ਨੇ ਉਸ ਦਾ 4 ਦਿਨਾਂ ਦਾ ਰਿਮਾਂਡ ਮੰਗਿਆ ਸੀ, ਪਰ ਫਾਜ਼ਲ ਜੱਜ ਨੇ ਉਸ ਨੂੰ ਰੱਦ ਕਰ ਦਿੱਤਾ। ਇੱਕ ਆਪਣੀ ਵੱਡੀ ਜਿੱਤ ਹੈ ਔਰ ਸੈਲਿਊਟ ਹੈ ਉਹਨਾਂ ਸਾਰੇ ਅੰਦੋਲਨਕਾਰੀਆਂ ਨੂੰ ਜਿਹੜੇ ਇਸ ਜਗ੍ਹਾ ਦੇ ਉੱਤੇ ਕੰਮ ਕਰ ਰਹੇ ਨੇ। ਇਸ ਤੋਂ ਇਲਾਵਾ ਜਿਹੜੀ ਅਗਲੀ ਹੈਡਲਾਈਨ ਹੈ ਨਵਾਂ ਜ਼ਮਾਨਾ ਨੇ ਬਣਾਈ, ਉਹ ਲਿਖਿਆ ਕਿ ਪਹਿਲੀ ਤੋਂ ਅੰਦਰੂਨੀ ਤੇ ਬਾਹਰੀ ਇਕੱਠ 'ਤੇ ਰੋਕ ਲਾਉਣ ਦੇ ਹੁਕਮ ਦਿੱਤੇ ਜਾ ਸਕਦੇ ਨੇ। ਕਰੋਨਾ ਦੇ ਕੇਸ ਵਧਣ ਰਹੇ ਨੇ। ਕਰੋਨਾ ਕੇਸ ਵਧਣ 'ਤੇ ਡਿਪਟੀ ਕਮਿਸ਼ਨਰ ਨੂੰ ਹਾਟ ਸਪਾਟ ਇਲਾਕਿਆਂ 'ਚ ਰਾਤ ਦਾ ਕਰਫਿਊ ਲਾਉਣ ਦੀ ਇਜਾਜ਼ਤ ਦੇ ਦਿੱਤੀ ਹੈ। ਜੇ ਇਸ ਖਬਰ ਨੂੰ ਪੜ੍ਹਿਆ ਜਾਵੇ ਤਾਂ ਲਿਖਦੇ ਨੇ ਕਿ ਸੂਬੇ ਵਿੱਚ ਕੋਵਿਡ ਦੇ ਵੱਧ ਰਹੇ ਕੇਸਾਂ 'ਚ ਚਿੰਤਾ ਵਧਣ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੰਦਰੂਨੀ ਤੇ ਬਾਹਰੀ ਇਕੱਠਾਂ ਉੱਪਰ ਬੰਦਿਸ਼ ਲਾਉਂਦੇ ਹੋਏ 1 ਮਾਰਚ ਤੋਂ ਅੰਦਰੂਨੀ ਇਕੱਠ ਦੀ ਗਿਣਤੀ 100 ਤੱਕ ਅਤੇ ਬਾਹਰੀ ਇਕੱਠਾਂ ਦੀ ਗਿਣਤੀ 200 ਤੱਕ ਸੀਮਿਤ ਕਰਨ ਦੇ ਹੁਕਮ ਦੇ ਦਿੱਤੇ ਨੇ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਮਾਸਕ, ਸਮਾਜਿਕ ਦੂਰੀ ਅਤੇ ਸਖਤੀ ਨਾਲ ਪਾਲਣਾ ਕਰਨ ਅਤੇ ਟੈਸਟਿੰਗ ਵਿੱਚ ਵਾਧਾ ਪ੍ਰਤੀ ਦਿਨ 30,000 ਤੱਕ ਕਰਨ ਦੇ ਨਿਰਦੇਸ਼ ਦਿੱਤੇ ਨੇ। ਮੈਨੂੰ ਲੱਗ ਰਿਹਾ ਕਿ ਕਰੋਨਾ ਜਿਹੜਾ ਹੈ ਉਹਨੂੰ ਅਸੀਂ ਜਿੱਤ ਸਕਦੇ ਹਾਂ, ਪਰ ਉਹ ਪ੍ਰੀਕਾਸ਼ਨਸ ਦੀ ਲੋੜ ਹੈ, ਘਬਰਾਉਣ ਦੀ ਨਹੀਂ ਲੋੜ ਹੈ। ਸੋ ਜਦੋਂ ਤੁਸੀਂ ਕਿਤੇ ਰਸ਼ 'ਚ ਜਾ ਰਹੇ ਹੋ, ਆਪਣਾ ਮਾਸਕ, ਸੈਨੀਟਾਈਜ਼ਰ, ਸੋਸ਼ਲ ਡਿਸਟੈਂਸ ਦੀ ਪਾਲਣਾ ਕਰੋ ਔਰ ਜ਼ਿੰਦਗੀ ਜ਼ਿੰਦਾਬਾਦ। ਫਿਲਹਾਲ ਇਹ ਸੀ ਅੱਜ ਦਾ ਅਖਬਾਰਨਾਮਾ। ਮੈਂ ਲਗਾਤਾਰ ਤੁਹਾਡੇ ਲਈ ਖਬਰਾਂ ਲੈ ਕੇ ਆਉਂਦਾ ਰਹਾਂਗਾ। ਦੇਖਦੇ ਰਹੋ ਪੰਜਾਬ ਮੇਲ USA TV। ਤੁਹਾਡਾ ਬਹੁਤ ਬਹੁਤ ਧੰਨਵਾਦ।